सत श्री अकाल जी सारिਆਂ ਨੂੰ। मैं ਤੁਹਾਡਾ अपना जसप्रीत सिंह अटॉर्नी एट लॉ ਤੇ ਅੱਜ ਦਾ ਆਪਣਾ ਇਹ ਪ੍ਰੋਗਰਾਮ ਹੈ ਵੀਕਲੀ ਅਪਡੇਟਸ ਔਨ ਯੂਐਸ ਇਮੀਗ੍ਰੇਸ਼ਨ। ਇਸ ਪ੍ਰੋਗਰਾਮ ਵਿੱਚ ਜਿੱਥੇ ਆਪਾਂ ਅਮਰੀਕਾ ਦੀ ਇਮੀਗ੍ਰੇਸ਼ਨ ਦੀ ਗੱਲ ਕਰਦੇ ਹਾਂ ਉੱਥੇ ਨਾਲ ਹੀ ਤੁਹਾਡੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਵੀ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਾਰਿਆਂ ਤੋਂ ਪਹਿਲਾਂ ਤਾਂ ਆਪਾਂ ਜਿਹੜੀਆਂ ਇੰਪੋਰਟੈਂਟ ਖਬਰਾਂ ਆ ਉਹਨਾਂ ਤੇ ਇੱਕ ਝਾਤ ਮਾਰਦੇ ਹਾਂ। ਪਹਿਲੀ ਖਬਰ ਇਹ ਹੈਗੀ ਆ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਆ ਉਹ ਪਹਿਲੀ ਵਾਰੀ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਸਦਰਨ ਬਾਰਡਰ ਤੇ ਉਹ ਗਏ ਆ, ਕਿਉਂਕਿ ਸਦਰਨ ਬਾਰਡਰ ਜਿਹੜਾ ਅਮਰੀਕਾ ਦਾ ਖਾਸ ਕਰਕੇ ਮੈਕਸੀਕੋ ਦੇ ਨਾਲ ਲੱਗਦਾ ਉੱਥੇ ਕਾਫੀ ਵੱਡਾ ਜਿਹੜਾ ਕ੍ਰਾਈਸਿਸ ਸਮਝਿਆ ਜਾ ਰਿਹਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਇੱਥੋਂ ਐਂਟਰ ਕਰਦੇ ਆ ਇਲੀਗਲੀ ਅਨਡਾਕੂਮੈਂਟਡ ਤੇ ਜਾਂ ਵੇਟ ਕਰ ਰਹੇ ਆ ਮੈਕਸੀਕੋ ਦੇ ਵਿੱਚ ਐਂਟਰ ਕਰਨ ਲਈ। ਸੋ ਪ੍ਰੈਜ਼ੀਡੈਂਟ ਬਾਈਡਨ ਨੇ ਉੱਥੇ ਜਿਹੜਾ ਵਿਜ਼ਿਟ ਕੀਤਾ, ਪਰ ਉਸ ਤੋਂ ਪਹਿਲਾਂ ਉਹਨਾਂ ਨੇ ਜਿਵੇਂ ਆਪਾਂ ਲਾਸਟ ਟਾਈਮ ਡਿਸਕਸ ਕੀਤਾ ਸੀ ਵੀ ਇੱਕ ਪਾਲਿਸੀ ਜਿਹੜੀ ਹੈਗੀ ਆ ਉਹ ਲੇ ਡਾਊਨ ਕੀਤੀ ਸੀਗੀ। ਇੱਕ ਤਾਂ ਉਹਨਾਂ ਨੇ ਜਿਹੜਾ ਟਾਈਟਲ 42 ਆ ਉਹ ਲਾਗੂ ਕੀਤਾ, ਕਿਉਂਕਿ ਇਹਦੇ ਬਾਰੇ ਜਿਹੜੀ ਯੂਐਸ ਸੁਪਰੀਮ ਕੋਰਟ ਆ ਉਹਨੇ ਕਿਹਾ ਸੀਗਾ ਵੀ ਟਾਈਟਲ 42 ਤੁਸੀਂ ਬੰਦ ਨਹੀਂ ਅਜੇ ਕਰ ਸਕਦੇ, ਇਹਨੂੰ ਜਾਰੀ ਰੱਖੋ। ਤੇ ਇਹ ਬੰਦ ਹੋਣਾ ਸੀ, ਬੰਦ ਹੋਣ ਤੇ ਸਟੇ ਲਾਤੀ ਸੀ ਕੋਰਟ ਨੇ, ਤੇ ਉਹਦੇ ਕਰਕੇ ਪ੍ਰੈਜ਼ੀਡੈਂਟ ਬਾਈਡਨ ਨੇ ਉਹਨੂੰ ਜਾਰੀ ਰੱਖਿਆ। ਟਾਈਟਲ 42 ਦੇ ਅੰਡਰ ਸਰਕਾਰ ਕਿਸੇ ਵੀ ਬੰਦੇ ਨੂੰ ਜਿਹੜਾ ਉਹ ਇੱਥੇ ਆਉਣ ਤੋਂ ਮਨਾ ਕਰ ਸਕਦੀ ਆ ਇਸ ਗਰਾਊਂਡ ਤੇ ਕਿ ਉਹ ਜੇ ਆਇਆ ਤਾਂ ਇੱਥੇ ਹੈਲਥ ਜਿਹੜੇ ਇਸ਼ੂਜ਼ ਨੇ ਉਹ ਖੜੇ ਹੋ ਸਕਦੇ ਨੇ, ਉਹ ਬਿਮਾਰੀ ਫੈਲਾ ਸਕਦਾ, ਇੱਥੇ ਕੋਈ ਮਹਾਮਾਰੀ ਫੈਲਾ ਸਕਦਾ। ਇਸ ਕਰਕੇ ਉਹ ਜਿਹੜਾ ਹੈਗਾ ਟਾਈਟਲ 42 ਇਹਦਾ ਯੂਜ਼ ਕੀਤਾ ਜਾਂਦਾ। ਇਸ ਪ੍ਰੋਵੀਜ਼ਨ ਦਾ ਜਿਹੜੀ ਪਿਛਲੀ ਸਰਕਾਰ ਸੀ ਟਰੰਪ ਦੀ ਉਹਨੇ ਬਹੁਤ ਜ਼ਿਆਦਾ ਯੂਜ਼ ਕੀਤਾ ਤੇ ਇਹਨਾਂ ਨੇ ਬੰਦ ਕਰਤਾ ਸੀਗਾ, ਲੇਕਿਨ ਕਈ ਜਿਹੜੀਆਂ ਰਿਪਬਲਿਕਨ ਸਟੇਟਾਂ ਨੇ ਕੋਰਟਾਂ 'ਚ ਕੇਸ ਕੀਤੇ, ਕੋਰਟਾਂ ਨੇ ਫਿਰ ਲਾਓ ਕਰਤਾ ਤੇ ਇਸ ਕਰਕੇ ਇਹ ਸਰਕਾਰ ਨੇ ਵੀ ਜਾਰੀ ਰੱਖਿਆ। ਫਿਰ ਇਹਨਾਂ ਨੇ ਬੰਦ ਕਰਤਾ, ਹੁਣ ਫਿਰ ਦੁਬਾਰਾ ਸੁਪਰੀਮ ਕੋਰਟ ਨੇ ਕਿਹਾ ਵੀ ਇਹਨੂੰ ਜਾਰੀ ਰੱਖੋ। ਉਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਪਾਲਿਸੀ ਜਿਹੜਾ ਐਲਾਨ ਕੀਤਾ ਉਹ ਵੀ ਕੀਤਾ। ਉਹਨਾਂ ਨੇ ਇੱਕ ਸਰਟਨ ਨੰਬਰ ਰੱਖਤਾ ਵੀ ਇੰਨੇ ਬੰਦਿਆਂ ਨੂੰ ਹੀ ਅਸੀਂ ਅਲਾਓ ਕਰਾਂਗੇ, ਖਾਸ ਕਰਕੇ ਜਿਹੜੇ ਉਹ ਮੁਲਕ ਹੈਗੇ ਆ ਸੈਂਟਰਲ ਅਮਰੀਕਾ ਦੇ ਉਹਨਾਂ ਵਿੱਚੋਂ ਜਿਹੜੇ ਆਉਂਦੇ ਆ। ਉਹਦੇ ਨਾਲ ਨਾਲ ਜਿਹੜੀ ਅਗਲੀ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਯੂਐਸ ਹਾਊਸ ਆਫ ਜਿਹੜੇ ਰੈਪਰੈਜ਼ੈਂਟੇਟਿਵ ਆ ਉਹਦੇ ਨਵੇਂ ਸਪੀਕਰ ਬਣੇ ਆ ਕੈਵਿਨ ਮਕਾਰਥੀ, ਜੋ ਕਿ ਰਿਪਬਲਿਕਨ ਪਾਰਟੀ ਦੇ ਲੀਡਰ ਨੇ। ਤੇ ਤੁਹਾਨੂੰ ਪਤਾ ਹੀ ਆ ਪਿੱਛੇ ਇਲੈਕਸ਼ਨ ਹੋਈ ਸੀ ਨਵੰਬਰ 'ਚ, ਤੇ ਉਹਦੇ ਵਿੱਚ ਜਿਹੜਾ ਹਾਊਸ ਆਫ ਰੈਪਰੈਜ਼ੈਂਟੇਟਿਵ ਉਹਦੇ ਵਿੱਚ ਰਿਪਬਲਿਕਨ ਪਾਰਟੀ ਜਿਹੜੀ ਆ ਉਹਦੀ ਮੈਜੋਰਟੀ ਆ ਗਈ। ਸੈਨੇਟ ਦੇ ਵਿੱਚ ਅੱਜ ਵੀ ਡੈਮੋਕ੍ਰੈਟਿਕ ਪਾਰਟੀ ਦੀ ਜਿਹੜੀ ਮੈਜੋਰਟੀ ਆ। ਤੇ ਉਹਨਾਂ ਨੇ ਜਿਹੜੇ ਕੈਵਿਨ ਮਕਾਰਥੀ ਨੇ ਕਿਹਾ ਕਿ ਜਿਹੜਾ ਸਦਰਨ ਬਾਰਡਰ ਆ ਉੱਥੇ ਬਹੁਤ ਜ਼ਿਆਦਾ ਇਮੀਗ੍ਰੇਸ਼ਨ ਕ੍ਰਾਈਸਿਸ ਆ, ਬਹੁਤ ਲੋਕ ਅਨਡਾਕੂਮੈਂਟਡ ਆ ਰਹੇ ਨੇ ਤੇ ਅਸੀਂ ਇਹਨੂੰ ਟੈਕਲ ਕਰਾਂਗੇ। ਉਹਨਾਂ ਨੇ ਕਿਹਾ ਕਿ ਜਿਹੜਾ ਅਸੀਂ ਹੁਣ ਸਾਡੀ ਇਹ ਪ੍ਰਾਇਓਰਟੀ ਹੋਏਗੀ ਕਿ ਉੱਥੇ ਜਿਹੜੇ ਲੋਕ ਨੇ ਉਹਨਾਂ ਨੂੰ ਆਉਣ ਤੋਂ ਬਾਰਡਰ 'ਤੇ ਰੋਕਣਾ। ਪਰ ਇਹਦੇ 'ਚ ਇੱਕ ਗੱਲ ਹੈ ਕਿ ਜਿਹੜਾ ਹਾਊਸ ਇਕੱਲਾ ਕੁਝ ਨਹੀਂ ਕਰ ਸਕਦਾ, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲਾ ਤਾਂ ਬਣਦਾ ਜੇ ਪਹਿਲਾਂ ਹਾਊਸ ਪਾਸ ਕਰੇ, ਫਿਰ ਸੈਨੇਟ ਪਾਸ ਕਰੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਅੱਗੇ ਜਾਵੇ ਪ੍ਰੈਜ਼ੀਡੈਂਟ ਕੋਲ ਸਾਈਨ ਕਰਨ ਲਈ। ਹੁਣ ਸੈਨੇਟ ਦੇ ਵਿੱਚ ਤਾਂ ਮੈਜੋਰਟੀ ਜਿਹੜੀ ਹੈਗੀ ਆ ਉਹ ਡੈਮੋਕ੍ਰੈਟਿਕ ਪਾਰਟੀ ਦੀ ਆ ਤੇ ਜਿਹੜਾ ਹਾਊਸ ਉਹਦੇ ਵਿੱਚ ਰਿਪਬਲਿਕਨ ਦੀ ਆ। ਸੋ ਇਹਨਾਂ ਦੀ ਆਪਸੀ ਸਹਿਮਤੀ ਜਿਹੜੀ ਆ ਉਹ ਬਣਨੀ ਮੁਸ਼ਕਿਲ ਆ। ਇੱਕ ਗੱਲ ਜ਼ਰੂਰ ਆ ਕਿ ਜਿਹੜਾ ਇਮੀਗ੍ਰੇਸ਼ਨ ਦਾ ਰਿਫਾਰਮ ਪਿੱਛੇ ਹੋ ਰਿਹਾ ਸੀ ਜਾਂ ਕੋਸ਼ਿਸ਼ ਹੋ ਰਹੀ ਸੀ ਕਿ ਕੋਈ ਲਾ ਪਾਸ ਹੋਵੇ ਰਿਫਾਰਮ ਦਾ, ਜਿਹੜੇ ਬਿੱਲ ਪਾਸ ਹੋ ਕੇ ਗਏ ਸੀ ਸੈਨੇਟ ਜਿਹੜੇ ਨਹੀਂ ਪਾਸ ਹੋਏ ਉੱਥੇ, ਉਹਨਾਂ ਦੀਆਂ ਹੁਣ ਚਾਂਸ ਬਹੁਤ ਘੱਟ ਗਏ ਆ, ਕਿਉਂਕਿ ਜਿਹੜੀ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਆ ਜੇ ਇਸ ਟਾਈਮ ਉਹ ਇਮੀਗ੍ਰੇਸ਼ਨ ਦੇ ਜ਼ਿਆਦਾ ਫੇਵਰ ਵਿੱਚ ਨਹੀਂ। ਤੇ ਇਹ ਜਿਹੜੇ ਹੁਣ ਬਿਆਨ ਦਿੱਤੇ ਨੇ ਕੈਵਿਨ ਮਕਾਰਥੀ ਨੇ ਜਾਂ ਜਿਹੜੇ ਹੋਰ ਲੀਡਰਾਂ ਨੇ, ਉੱਥੋਂ ਲੱਗਦਾ ਕਿ ਉਹ ਅਜੇ ਵੀ ਇਸੇ ਸੋਚ ਦੇ ਧਾਰਨੀ ਹੈਗੇ ਆ ਕਿ ਇਮੀਗ੍ਰੈਂਟਸ ਜਿਹੜੇ ਨੇ ਉਹ ਘੱਟ ਤੋਂ ਘੱਟ ਆਉਣ ਤੇ ਇਮੀਗ੍ਰੇਸ਼ਨ ਨੂੰ ਘਟਾਇਆ ਜਾਵੇ। ਇਹਦੇ ਨਾਲ ਨਾਲ ਜਿਹੜੀ ਹੁਣ USCIS ਦੀ ਅਪਡੇਟ ਆ ਵੀ ਉੱਥੇ ਬਹੁਤ ਜ਼ਿਆਦਾ ਬੈਕਲੌਗ ਆ, ਬਹੁਤ ਜ਼ਿਆਦਾ ਕੇਸ ਜਿਹੜੇ ਪੈਂਡਿੰਗ ਨੇ ਤੇ ਉਹਨੂੰ ਬਹੁਤ ਟਾਈਮ ਜਿਹੜਾ ਹੈਗਾ ਉਹ ਲੱਗ ਰਿਹਾ। ਤੇ ਇਹਦਾ ਜਿਹੜਾ ਉਹ ਹੁਣ ਕਿਹਾ ਹੈ ਸਰਕਾਰ ਨੇ ਵੀ ਅਸੀਂ ਇਹਨੂੰ ਇੰਪਰੂਵ ਕਰਾਂਗੇ। ਹੁਣ ਦੇਖੋ ਉਹ ਕੀ ਇੰਪਰੂਵ ਕਰਦੇ ਆ। ਅਗਲੀ ਜਿਹੜੀ ਇੰਪੋਰਟੈਂਟ ਖਬਰ ਹੈਗੀ ਆ ਉਹ ਫੀਸਾਂ ਬਾਰੇ ਆ ਕਿ ਜਿਹੜੀ ਇਮੀਗ੍ਰੇਸ਼ਨ ਆ ਉਹਨੇ ਇੱਕ ਜਿਹੜਾ ਫੈਡਰਲ ਰਜਿਸਟਰ ਆ ਉਹਦੇ ਵਿੱਚ ਪ੍ਰਪੋਜ਼ ਕੀਤਾ ਕਿ ਫੀਸਾਂ ਜਿਹੜੀਆਂ ਹੈਗੀਆਂ ਇਮੀਗ੍ਰੇਸ਼ਨ ਦੀਆਂ ਉਹ ਵਧਾਈਆਂ ਜਾਣ। ਇਹ ਸਾਰੇ ਜਿਹੜੇ ਫਾਰਮ ਨੇ ਇਮੀਗ੍ਰੇਸ਼ਨ 'ਤੇ ਉਹਨਾਂ 'ਤੇ ਨਹੀਂ ਲਾਗੂ ਹੋਣਗੀਆਂ, ਪਰ ਕੁਝ ਜਿਹੜੇ ਫਾਰਮ ਹੈਗੇ ਆ ਜਿਹੜੇ ਆਪਾਂ ਭਰਦੇ ਉਹਨਾਂ 'ਤੇ ਲਾਗੂ ਹੋਣਗੀਆਂ। ਤੇ ਉਹਨਾਂ ਨੇ ਕਿਹਾ ਵੀ ਜਿਹੜੀਆਂ ਨਵੀਆਂ ਫੀਸਾਂ ਨੇ ਇਹ ਇਮੀਗ੍ਰੇਸ਼ਨ ਨੂੰ ਅਲਾਓ ਕਰਨਗੀਆਂ ਆਪਣੇ ਖਰਚੇ ਪੂਰੇ ਕਰਨ ਲਈ, ਕਿਉਂਕਿ ਜਿਹੜਾ USCIS ਆ ਇਹਨਾਂ ਦਾ ਜਿਹੜਾ ਖਰਚਾ ਆ ਉਹ ਜ਼ਿਆਦਾ ਜਿਹੜੀਆਂ ਆਪਾਂ ਫੀਸਾਂ ਪੇ ਕਰਦੇ ਆ ਉਹ ਤੋਂ ਚੱਲਦਾ। ਤੇ ਇਹਨਾਂ ਨੇ ਜਨਵਰੀ 4 ਨੂੰ ਇਹ ਜਿਹੜਾ ਹੈਗਾ ਇਹ ਰੂਲ ਮੇਕਿੰਗ ਜਿਹੜੀ ਹੈਗੀ ਆ ਇਹਨੂੰ ਕਹਿੰਦੇ ਹੈਗੇ ਆ ਨੋਟਿਸ ਆਫ ਪ੍ਰਪੋਜ਼ਡ ਰੂਲ ਮੇਕਿੰਗ NPRM ਉਹ ਜਾਰੀ ਕੀਤਾ। ਤੇ ਇਹਨਾਂ ਨੇ ਕਿਹਾ ਵੀ ਸਰਟਨ ਜਿਹੜੇ ਫਾਰਮ ਨੇ ਉਹਨਾਂ ਦੀ ਜਿਹੜੀਆਂ ਫੀਸਾਂ ਵਧਾਈਆਂ ਜਾਣਗੀਆਂ। ਇੱਥੇ ਤਰੀਕਾ ਇਹ ਹੁੰਦਾ ਵੀ ਪਹਿਲਾਂ ਜਿਹੜਾ
ਉਹ ਨੋਟਿਸ हैगा वो जारी किया जाता, वो जिहड़ा इत्थे दा फैडरल रजिस्टर ਉਹਦੇ पब्लिश किया जाता। उदों बाद लोगों को टाइम जिहड़ा हैगा ਉਹ मुहैया कराया जाता भी ਉਹਦਾ रिस्पॉन्स दे सकन ਜਾਂ ਜਿਹੜੀ पब्लिक है कमेंट करे। उदों बाद 60 दिन के बाद इनू फाइनल जिहड़ा ਉਹ कर दिता जाता है। सो 60 दिन जनवरी 4 तो बाद होणगे ऑलमोस्ट मार्च च। सो मार्च तो यह नवीं फीसां जिहड़ियां वो लागू होणगियां। हुण जिहड़ियां कैटेगरियां दे विच इमीग्रेशन ने फीसां वधाईयां ने वो हैगियां जी जिहड़ी I-129 H-1B दी जिहड़ी एप्लीकेशन हुंदी आ, इहदी हुण फीस है $460, ये वध के हो जाएगी $780। जिहड़ी I-129 फार्म है जिन्होंने L1 वीज़ा जिहड़ा कि यानी कि काम वास्ते किया जाता, खास करके जिहड़े एम्पलॉइज़ ने होरां कंपनियां दे बाहरों इत्थे काम करन आउंदे आ उन्हां लई ਉਹਦੀ ਜਿਹੜੀ ਪਹਿਲਾਂ फीस है वो 460 आ, वो वध के हुण होएगी जी 1385। तीसरा हैगा I-129 जिहड़ा O1 वीज़े लई आ, ਉਹਦੀ हैगी 460 ਤੇ हुण हो जाएगी 1055। I-539 जिहड़ा डिपेंडेंट आ ਉਹਦੀ हैगी 370, ये हो जाएगी 620। I-140 जिहड़ा इमीग्रेंट वीज़ा आ, ਇਹਦੇ ਲਈ ਜਦੋਂ ਇਸ ਫਾਰਮ ਤੇ ਅਪਲਾਈ ਕੀਤਾ ਜਾਂਦਾ ਜਿਹੜੇ ਕੇਸ ਉਹਨਾਂ ਦੀ ਹੁਣ ਫੀਸ ਹੈਗੀ 700, ਫਿਰ ਹੋ ਜਾਏਗੀ 715। I-140 ਇਮੀਗ੍ਰੇਸ਼ਨ ਜਿਹੜਾ ਵੀਜ਼ਾ ਆਨਲਾਈਨ ਇਹਦੀ ਫੀਸ 700 ਆ, ਇਹ ਜਿਹੜੀ ਹੈਗੀ ਆ ਉਹ ਘਟਾ ਕੇ 555 ਹੋ ਜਾਏਗੀ ਜੇ ਤੁਸੀਂ ਇਹਨੂੰ ਆਨਲਾਈਨ ਭਰਦੇ ਹੋ। I-485 ਜਿਹੜਾ ਕਿ ਸਾਰਿਆਂ ਤੋਂ ਇੰਪੋਰਟੈਂਟ ਫਾਰਮ ਹੈ ਇਹਨਾਂ ਚੋਂ ਫੈਮਿਲੀ ਇਮੀਗ੍ਰੇਸ਼ਨ ਲਈ, ਜਿਹਦੇ 'ਚ ਅਸੀਂ ਗ੍ਰੀਨ ਕਾਰਡ ਅਪਲਾਈ ਕਰਦੇ ਹਾਂ, ਚਾਹੇ ਉਹ ਹਸਬੈਂਡ ਵਾਈਫ ਦਾ ਜਿਹੜਾ ਕੇਸ ਹੁੰਦਾ, ਸਿਟੀਜ਼ਨ ਕਿਸੇ ਦਾ ਮਤਲਬ ਵਿਆਹ ਕਰਕੇ ਇੱਥੇ ਕਿਸੇ ਦਾ ਐਡਜਸਟਮੈਂਟ ਆਫ ਸਟੇਟਸ ਕਰਦਾ ਅਮਰੀਕਾ, ਜਾਂ ਕਿਸੇ ਨੇ ਅਸਾਈਲਮ ਲਿਆ ਉਹ ਸਾਲ ਬਾਅਦ ਗ੍ਰੀਨ ਕਾਰਡ ਅਪਲਾਈ ਕਰਦਾ। ਸੋ ਜਿਹਨੇ ਵੀ ਅਮਰੀਕਾ 'ਚ ਰਹਿ ਕੇ ਗ੍ਰੀਨ ਕਾਰਡ ਅਪਲਾਈ ਕਰਨਾ ਉਹਨੂੰ I-485 ਜਿਹੜਾ ਫਾਰਮ ਭਰਨਾ ਪੈਂਦਾ ਵਿਦ EAD, ਵਿਦ ਵਰਕ ਪਰਮਿਟ ਤੇ ਐਡਵਾਂਸ ਪਰੋਲ ਤੇ ਬਾਇਓਮੈਟ੍ਰਿਕ। ਇਹਦੇ 'ਚ ਵਰਕ ਪਰਮਿਟ ਅਪਲਾਈ ਹੁੰਦਾ, ਐਡਵਾਂਸ ਪਰੋਲ ਹੁੰਦੀ ਆ ਤੇ ਫਿੰਗਰਪ੍ਰਿੰਟ ਹੁੰਦੇ ਆ। ਇਹਦੀ ਜਿਹੜੀ ਹੁਣ ਮੌਜੂਦਾ ਫੀਸ ਆ ਉਹ 1225। ਜਿਹੜੀ ਫੀਸ ਹੁਣ ਵਧੇਗੀ 2 ਮਹੀਨੇ ਬਾਅਦ ਇਹ ਹੋਏਗੀ 2820। ਸੋ ਇਹਦੀ ਫੀਸ ਜਿਹੜੀ ਆ ਉਹ ਆਲਮੋਸਟ ਡਬਲ ਤੋਂ ਵੀ ਵੱਧ ਹੋ ਜਾਏਗੀ ਇਸ ਗ੍ਰੀਨ ਕਾਰਡ ਵਾਸਤੇ I-485 ਦੀ। ਦੂਜਾ ਹੈਗਾ ਵਰਕ ਪਰਮਿਟ, ਜਿਹੜਾ ਆਪਾਂ ਵਰਕ ਪਰਮਿਟ ਅਪਲਾਈ ਕਰਦੇ ਹਾਂ I-765 ਫਾਰਮ, ਇਹਦੀ ਜਿਹੜੀ ਰਿਨਿਊਅਲ ਦੀ ਫੀਸ ਹੈ ਰਿਨਿਊ ਕਰਾਉਣ ਦੀ ਉਹ 410 ਹੈ, ਇਹ ਵੱਧ ਕੇ ਹੋ ਜਾਏਗੀ 650। ਤੇ ਜਿਹੜਾ ਆਨਲਾਈਨ ਕਰਨਾ ਵਰਕ ਪਰਮਿਟ ਉਹਦੀ 410 ਹੈ, ਉਹ 555 ਹੋ ਜਾਏਗੀ। ਤੇ I-131 ਜਿਹੜਾ ਟਰੈਵਲ ਡਾਕੂਮੈਂਟ ਆ ਇਹਦੀ ਫੀਸ ਹੁਣ 575 ਹੈ, ਇਹ ਵੱਧ ਕੇ ਹੋ ਜਾਏਗੀ 630। ਸੋ ਇਸ ਕਰਕੇ I-485 ਤੇ ਵਰਕ ਪਰਮਿਟ ਤੇ ਟਰੈਵਲ ਡਾਕੂਮੈਂਟ ਇਹਨਾਂ ਦੀਆਂ ਫੀਸਾਂ ਦੇ ਵਿੱਚ ਜਿਹੜਾ ਵਾਧਾ ਕੀਤਾ ਗਿਆ। ਤੇ ਉਹਦੇ ਨਾਲ ਨਾਲ ਜਿਹੜੀ ਕੰਮ ਦੀ ਬੇਸ ਤੇ ਜਿਹੜੇ ਇਮੀਗ੍ਰੇਸ਼ਨ ਦੇ ਫਾਰਮ ਭਰੇ ਜਾਂਦੇ ਨੇ, ਜਿਵੇਂ H-1B ਹੋ ਗਿਆ, L1 ਹੋ ਗਿਆ, O1 ਹੋ ਗਿਆ, ਉਹਨਾਂ ਦੀਆਂ ਵੀ ਜਿਹੜੀਆਂ ਫੀਸਾਂ ਨੇ ਉਹਦੇ 'ਚ ਵਾਧਾ ਕੀਤਾ ਗਿਆ। ਇਹ ਵਾਧਾ ਲਾਗੂ ਜਿਹੜਾ ਇਹ ਜਨਵਰੀ 4 ਤੋਂ 60 ਦਿਨ ਤੋਂ ਬਾਅਦ ਹੋਏਗਾ। ਸੋ ਮਾਰਚ ਤੋਂ ਅਪਰੋਕਸੀਮੇਟਲੀ ਇਹ ਫੀਸਾਂ ਜਿਹੜੀਆਂ ਹੈਗੀਆਂ ਉਹ ਵਧਣਗੀਆਂ। ਇਸ ਤੋਂ ਇਲਾਵਾ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਹੈਗੀ ਆ ਜੀ ਕਿ ਇੱਕ ਅਪੀਲ ਕੋਰਟ ਨੇ ਵੈਕਸੀਨ ਦੇ ਖਿਲਾਫ ਮੈਂਡੇਟ ਦਿੱਤਾ। ਟੈਨਸੀ, ਕੰਟੱਕੀ ਤੇ ਓਹਾਇਓ ਜਿਹੜੀਆਂ ਸਟੇਟਾਂ ਹੈਗੀਆਂ, ਖਾਸ ਕਰਕੇ ਮਿਡ ਵੈਸਟ ਦੀ ਇਹ ਸਟੇਟ ਆ ਓਹਾਇਓ, ਤੇ ਸਾਊਥ ਦੀ ਸਟੇਟ ਆ ਟੈਨਸੀ। ਤੇ ਇਹਨਾਂ 'ਚ ਅਪੀਲ ਕੋਰਟ ਨੇ ਕਿਹਾ ਵੀ ਜਿਹੜਾ ਬੈਨ ਸੀਗਾ ਇਹ 3 ਸਟੇਟਾਂ ਦੇ ਵਿੱਚ ਵੈਕਸੀਨ ਦਾ, ਤੇ ਉਹ ਠੀਕ ਹੈ। ਤੇ ਇਸ ਕਰਕੇ ਜਿਹੜਾ ਫੈਡਰਲ ਸਰਕਾਰ ਨੇ ਕਿਹਾ ਵੀ ਵੈਕਸੀਨ ਜਿਹੜੀ ਆ ਉਹ ਲਾਈ ਜਾਵੇ, ਪਰ ਇਹਨਾਂ ਸਟੇਟਾਂ ਨੇ ਇਹ ਕਿਹਾ ਵੀ ਵੈਕਸੀਨ ਦੀ ਲੋੜ ਨਹੀਂ। ਤੇ ਜਿਹੜੀ ਹੁਣ ਸਰਕਟ ਕੋਰਟ ਹੈਗੀ ਆ 6 ਸਰਕਟ ਕੋਰਟ ਆਫ ਅਪੀਲ, ਉਹਨੇ ਕਹਿਤਾ ਵੀ ਜਿਹੜੀ ਵੈਕਸੀਨ ਆ ਉਹ ਬੰਦੇ ਦੀ ਮਰਜ਼ੀ ਆ, ਲਾਵੇ ਜਾਂ ਨਾ ਲਾਵੇ, ਉਹਨੂੰ ਤੁਸੀਂ ਮੈਂਡੇਟ ਨਹੀਂ ਕਰ ਸਕਦੇ, ਇਹ ਨਹੀਂ ਕਹਿ ਸਕਦੇ ਹਰੇਕ ਨੂੰ ਲਵਾਉਣੀ ਪੈਣੀ ਆ। ਤੇ ਜਿਹੜਾ ਇਹ ਮੈਂਡੇਟ ਸੀਗਾ ਗੌਰਮੈਂਟ ਦਾ, ਐਡਮਿਨਿਸਟ੍ਰੇਸ਼ਨ ਦਾ, ਫੈਡਰਲ ਗੌਰਮੈਂਟ ਦਾ, ਇਹ ਅਨਕੌਂਸਟੀਟਿਊਸ਼ਨਲ ਸੀਗਾ। ਤੇ ਉਹਨਾਂ ਨੇ ਕੋਰਟ ਨੇ ਜਿਹੜੀ ਕਿ 6 ਸਰਕਟ ਕੋਰਟ ਆ ਉਹਨੇ ਕਿਹਾ ਵੀ ਵੈਕਸੀਨ ਲਾਉਣ ਦੀ ਕੋਈ ਵੀ ਜਿਹੜੀ ਆ ਇਸ ਕਿਸਮ ਦੀ ਇਹ ਪਾਬੰਦੀ ਨਹੀਂ ਹੋਣੀ ਚਾਹੀਦੀ ਵੀ ਜ਼ਰੂਰੀ ਲਾਉਣੀ ਆ, ਬੰਦੇ ਦੀ ਮਰਜ਼ੀ ਆ ਲਾਵੇ ਨਾ ਲਾਵੇ, ਪਰ ਤੁਸੀਂ ਉਹਨੂੰ ਮੈਂਡੇਟ ਨਹੀਂ ਕਰ ਸਕਦੇ, ਡਿਮਾਂਡ ਨਹੀਂ ਕਰ ਸਕਦੇ ਕਿ ਹਰੇਕ ਬੰਦਾ ਵੈਕਸੀਨ ਲਾਵੇ। ਇਹਦੇ ਨਾਲ ਨਾਲ ਜਿਹੜੀ ਹੋਰ ਇੰਪੋਰਟੈਂਟ ਖਬਰ ਹੈਗੀ ਆ ਉਹ ਇਹ ਹੈਗੀ ਆ ਕਿ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਜਿਹੜੇ ਸੈਕਟਰੀ ਨੇ ਮਿਓਰਕਸ, ਇਹਨਾਂ ਨੇ ਇੱਕ ABC ਨਿਊਜ਼ ਦੇ ਨਾਲ ਇੰਟਰਵਿਊ ਕੀਤੀ ਆ। ਤੇ ਇਹਨਾਂ ਨੇ ਇਹ ਕਿਹਾ ਕਿ ਨਾਨ ਸਿਟੀਜ਼ਨ ਵਰਕਰਸ ਹੂ ਵਿਟਨਸ ਲੇਬਰ ਵਾਇਲੇਸ਼ਨਸ ਕੈਨ ਨਾਓ ਰਿਪੋਰਟ ਦੈਮ ਵਿਦਾਊਟ ਫੀਅਰ ਆਫ देयर ਇਮੀਗ੍ਰੇਸ਼ਨ ਸਟੇਟਸ ਬੀਇੰਗ ਹੈਲਡ ਅਗੇਂਸਟ ਦੈਮ।
individuals should feel free to come forward to complain about labor conditions because they have certain rights and they will not be exploited. सो ये ਜਿਹੜੇ ਸੈਕਟਰੀ ਹੋਮਲੈਂਡ ਸਿਕਿਉਰਿਟੀ ਦੇ ਹੈਗੇ ਜਿਹਦੇ ਅੰਡਰ ਇਮੀਗ੍ਰੇਸ਼ਨ ਡਿਪਾਰਟਮੈਂਟ ਵੀ ਆਉਂਦਾ, ਇਹਨਾਂ ਨੇ ਕਿਹਾ ਵੀ ਜੇ ਕੋਈ ਲੇਬਰ ਦੀ ਵਾਇਲੇਸ਼ਨ ਹੁੰਦੀ ਆ ਤੇ ਉਹ ਜਿਹੜਾ EMPLOYEE ਆ ਉਹਦੇ ਨਾਲ ਹੁੰਦੀ ਆ ਜਾਂ ਕਿਸੇ ਹੋਰ ਨਾਲ ਹੁੰਦੀ ਆ ਉੱਥੇ ਉਹਦੀ ਵਰਕ ਪਲੇਸ ਤੇ ਉਹ ਡਰਦਾ ਮਾਰਾ ਰਿਪੋਰਟ ਨਹੀਂ ਕਰਦਾ ਵੀ ਮੈਂ ਕਿਤੇ ਡਿਪੋਰਟ ਹੀ ਨਾ ਹੋ ਜਾ, ਉਹ ਉਹਦੇ ਅਗੇਂਸਟ ਨਹੀਂ ਜਾਏਗਾ। ਸੋ ਇਸ ਕਰਕੇ ਜੇ ਕੋਈ ਇੰਪਲੋਇਰ ਜਿਹੜਾ ਉਹ ਐਕਸਪਲੋਇਟ ਕਰਦਾ EMPLOYEE ਨੂੰ ਕਿ EMPLOYEE ਨੂੰ ਤਨਖਾਹ ਪੂਰੀ ਨਹੀਂ ਦੇ ਰਿਹਾ ਜਾਂ ਉਹਨੂੰ ਤੰਗ ਕਰ ਰਿਹਾ ਜਾਂ ਉੱਥੇ ਕੰਡੀਸ਼ਨ ਠੀਕ ਨਹੀਂ ਹੈਗੀ, ਬਹੁਤ ਜ਼ਿਆਦਾ ਗੰਦਗੀ ਆ, ਕੋਈ ਸਫਾਈ ਨਹੀਂ, ਤੇ ਜਾਂ ਬਹੁਤ ਠੰਡ ਆ, ਕੋਈ ਹੀਟ ਹੈ ਨਹੀਂ, ਜਾਂ ਬਹੁਤ ਜ਼ਿਆਦਾ ਹੁਣ ਗਾਂ ਗਰਮੀਆਂ 'ਚ ਗਰਮੀ ਆ, ਉੱਥੇ ਕੋਈ ਕੂਲਿੰਗ ਦਾ ਪ੍ਰਬੰਧ ਨਹੀਂ ਕਿ ਬੰਦੇ ਦੀ ਸਿਹਤ ਖਰਾਬ ਹੋ ਸਕਦੀ ਆ, ਤੇ ਇਸ ਕਿਸਮ ਦਾ ਜਿਹੜਾ ਹੈਗਾ ਉਹ ਮਾਹੌਲ ਹੈ, ਜਾਂ ਉਹਨੂੰ ਪੇ ਠੀਕ ਨਹੀਂ ਕਰ ਰਿਹਾ ਵੀ ਤਨਖਾਹ ਬਹੁਤ ਘੱਟ ਦੇ ਰਿਹਾ, ਐਕਸਪਲੋਇਟ ਕਰ ਰਿਹਾ ਵੀ ਇਹਦੇ ਕੋਲੇ ਇਮੀਗ੍ਰੇਸ਼ਨ ਸਟੇਟਸ ਹੈ ਨਹੀਂਗਾ, ਉਹਦੇ 'ਚ ਹੁਣ ਸਰਕਾਰ ਇਹ ਕਹਿ ਰਹੀ ਆ ਵੀ ਜੇ ਕੋਈ ਇਸ ਕਿਸਮ ਦਾ EMPLOYEE ਜਿਹੜਾ ਕਿ ਆਪਣੇ EMPLOYER ਤੋਂ ਤੰਗ ਆ, ਉਹਦੇ ਜਿਹੜੇ ਇੱਦਾਂ ਦੇ ਕੰਮ ਨੇ ਉਹਦੇ ਕਰਕੇ ਤੰਗ ਹੈਗਾ, ਉਹਨੂੰ ਐਕਸਪਲੋਇਟ ਕੀਤਾ ਜਾ ਰਿਹਾ, ਉਹ ਜੇ ਰਿਪੋਰਟ ਕਰਦਾ ਲੇਬਰ ਵਾਇਲੇਸ਼ਨ ਨੂੰ ਤਾਂ ਉਹਦੇ ਖਿਲਾਫ ਇਮੀਗ੍ਰੇਸ਼ਨ ਕੋਈ ਐਕਸ਼ਨ ਨਹੀਂ ਲਏਗੀ। ਇਹ ਬਹੁਤ ਇੰਪੋਰਟੈਂਟ ਬਿਆਨ ਹੈ ਕਿਉਂਕਿ ਇਹਦੇ ਨਾਲ ਜਿਹੜੀਆਂ ਵਰਕ ਪਲੇਸਿਸ ਨੇ ਖਾਸ ਕਰਕੇ ਜਿੱਥੇ ਕਿ ਲੋਕੀ ਕੰਮ ਜ਼ਿਆਦਾ ਕਰਦੇ ਨੇ, ਜਿਨ੍ਹਾਂ ਕੋਲ ਪੇਪਰ ਨਹੀਂ ਹੁੰਦੇ, ਜਿਵੇਂ ਕਿ ਰੈਸਟੋਰੈਂਟ ਹੋ ਗਏ, ਮੋਟਲ ਹੋ ਗਏ, ਗੈਸ ਸਟੇਸ਼ਨ ਹੋ ਗਏ, ਜਾਂ ਜਿਹੜਾ ਕੰਸਟਰਕਸ਼ਨ ਦਾ ਕੰਮ ਹੋ ਗਿਆ, ਉੱਥੇ ਉਹਨਾਂ ਨੂੰ ਕਾਫੀ ਜ਼ਿਆਦਾ ਕਈਆਂ ਨੂੰ ਐਕਸਪਲੋਇਟ ਕੀਤਾ ਜਾਂਦਾ, ਪੈਸੇ ਘੱਟ ਦਿੱਤੇ ਜਾਂਦੇ ਆ, ਜਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਕਾਫੀ ਤੰਗ ਕੀਤਾ ਜਾਂਦਾ, ਜਾਂ ਉੱਥੇ ਕੰਡੀਸ਼ਨ ਜਿਹੜੀ ਹੁੰਦੀ ਆ ਰਹਿਣ ਜੋਗੀ ਨਹੀਂ ਹੁੰਦੀ ਜਾਂ ਕੰਮ ਕਰਨ ਦੀ ਨਹੀਂ ਹੁੰਦੀ ਠੀਕ, ਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਉਹ ਜਿਹੇ ਮਾੜੇ ਕੰਡੀਸ਼ਨਾਂ 'ਚ ਕੰਮ ਕਰਨ ਲਈ। ਤੇ ਉਹਦੇ ਕਰਕੇ ਉਹਨਾਂ ਨੇ ਕਿਹਾ ਹੁਣ ਜਿਹੜੇ ਸੈਕਟਰੀ ਹੋਮਲੈਂਡ ਸਿਕਿਉਰਿਟੀ ਦੇ ਹੈਗੇ ਆ ਕਿ ਜੇ ਕੋਈ ਬੰਦਾ ਇਹੋ ਜਿਹੇ ਹਾਲਾਤ 'ਚ ਕੰਮ ਕਰ ਰਿਹਾ, ਉਹਦੀ ਐਕਸਪਲੋਟੇਸ਼ਨ ਹੋ ਰਹੀ ਆ, ਉਹ ਜੇ ਆਪਣੇ ਮਾਲਕ ਦੇ ਖਿਲਾਫ ਜਿਹੜਾ ਉਹਦਾ EMPLOYER ਹੈ ਜਿਹਦੇ ਕੋਲ ਕੰਮ ਕਰਦਾ ਉਹਦੇ ਖਿਲਾਫ ਸ਼ਿਕਾਇਤ ਕਰੇਗਾ ਤਾਂ ਲੇਬਰ ਦੇ ਰਿਲੇਟਡ ਸ਼ਿਕਾਇਤ ਜਿਹੜੀ ਆ ਤੇ ਉਹਦੇ ਇਮੀਗ੍ਰੇਸ਼ਨ ਦਾ ਜਿਹੜਾ ਸਟੇਟਸ ਆ ਉਹ 'ਤੇ ਅਸਰ ਨਹੀਂ ਪਏਗਾ, ਇਮੀਗ੍ਰੇਸ਼ਨ ਉਹਨੂੰ ਨਹੀਂ ਫੜੇਗੀ, ਕੋਈ ਕਾਰਵਾਈ ਨਹੀਂ ਕਰੇਗੀ। ਤੇ ਇਹਦੇ ਨਾਲ ਹੋਰ ਇੰਪੋਰਟੈਂਟ ਖਬਰ ਜਿਹੜੀ ਹੈਗੀ ਆ ਉਹ ਸਦਰਨ ਬਾਰਡਰ ਬਾਰੇ ਆ ਕਿ ਸਦਰਨ ਬਾਰਡਰ ਜਿਹੜਾ ਹੈਗਾ ਅਮਰੀਕਾ ਦਾ, ਉਹ ਤੁਸੀਂ ਜਾਣਦੇ ਹੀ ਹੋ ਵੀ ਉੱਥੇ ਕਾਫੀ ਜ਼ਿਆਦਾ ਲੋਕੀ ਆ ਰਹੇ ਨੇ। ਉੱਥੇ ਹੁਣ ਟਾਈਟਲ 42 ਲਾਗੂ ਹੋਇਆ, ਪਰ ਟਾਈਟਲ 42 ਆ ਇਹ ਬੇਸਿਕਲੀ ਜਿਹੜੇ ਸੈਂਟਰਲ ਅਮਰੀਕਨ ਕੰਟਰੀਜ਼ ਦੇ ਲੋਕ ਆ ਉਹਨਾਂ ਦੇ ਆ, ਜਿਹੜੇ ਆਪਣੇ ਇੰਡੀਆ ਤੋਂ ਆਉਂਦੇ ਲੋਕੀ ਪੰਜਾਬ ਹਰਿਆਣਾ ਵਗੈਰਾ ਉੱਥੇ ਨਹੀਂ ਲਾਗੂ। ਇਹਦੇ ਨਾਲ ਇੰਪੋਰਟੈਂਟ ਖਬਰ ਇਹ ਹੈਗੀ ਆ ਵੀ ਜਿਹੜੇ ਲੋਕੀ ਆਉਂਦੇ ਆ ਉਹਨਾਂ ਨੂੰ ਅਜੇ ਵੀ ਜਿਹੜੇ ਫੈਮਲੀਜ਼ ਦੇ ਨਾਲ ਆਉਂਦੇ ਆ ਉਹਨਾਂ ਨੂੰ ਸੇਮ ਪਾਲਿਸੀ ਆ ਕਿ 72 ਘੰਟੇ ਦੇ ਵਿੱਚ ਰਿਲੀਜ਼ ਕਰ ਦਿੰਦੇ ਆ। ਜੇ ਉਹਨਾਂ ਨਾਲ ਬੱਚੇ ਹੈਗੇ ਆ, ਜੇ ਇਕੱਲਾ ਬੰਦਾ ਆ ਓਵਰ 21 ਉਹਦੇ ਬਿਆਨ ਹੁੰਦੇ ਨੇ, ਜੇ ਬਿਆਨਾਂ 'ਚੋਂ ਪਾਸ ਹੋ ਜਾਵੇ ਤਾਂ ਫਿਰ ਰਿਲੀਜ਼ ਕਰਦੇ, ਨਾ ਹੋਵੇ ਤਾਂ ਉਹਦਾ ਇਮੀਗ੍ਰੇਸ਼ਨ ਜੱਜ ਕੋਲ ਇੱਕ ਚਾਂਸ ਹੁੰਦਾ, ਜੇ ਉੱਥੇ ਵੀ ਨਾ ਹੋਵੇ ਤਾਂ ਉਹਨੂੰ ਡਿਪੋਰਟ ਜਿਹੜਾ ਉਹ ਕੀਤਾ ਜਾਂਦਾ। ਸੋ ਇਹ ਸੀਗੀਆਂ ਇਸ ਵੀਕ ਦੀਆਂ ਇੰਪੋਰਟੈਂਟ ਖਬਰਾਂ। ਤੇ ਹੁਣ ਸਮਾਂ ਹੋ ਗਿਆ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦਾ। ਤੇ ਸਾਰਿਆਂ ਤੋਂ ਪਹਿਲਾਂ ਤਾਂ ਸਾਡਾ ਧੰਨਵਾਦ ਕਰ ਰਹੇ ਨੇ, ਕਹਿ ਰਹੇ ਨੇ ਕਿ ਤੁਸੀਂ ਬਹੁਤ ਵਧੀਆ ਜਿਹੜੀ ਆ ਉਹ ਇਨਫੋਰਮੇਸ਼ਨ ਦਿੰਦੇ ਆ, ਸਾਨੂੰ ਬੜੀ ਜਾਣਕਾਰੀ ਮਿਲਦੀ ਆ। ਥੈਂਕ ਯੂ ਵੈਰੀ ਮੱਚ ਜੀ ਕਿ ਤੁਸੀਂ ਲਾਈਕ ਕਰਦੇ ਹੋ ਸਾਡਾ ਪ੍ਰੋਗਰਾਮ। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਅਤੇ ਲਾਈਕ ਕਰੋ। ਅਗਲਾ ਸਵਾਲ ਹੈ ਜੀ ਕਿ ਮੇਰੀ ਸਿਸਟਰ ਦਾ ਗ੍ਰੀਨ ਕਾਰਡ ਹੋਲਡਰ ਕੇਸ ਹੈ ਅਤੇ ਉਹਨੇ ਗ੍ਰੀਨ ਕਾਰਡ ਹੋਲਡਰ ਨਾਲ ਵਿਆਹ ਕਰਾਇਆ ਸੀਗਾ 2018 ਦਾ। ਉਹ ਤੋਂ ਬਾਅਦ ਡਾਕੂਮੈਂਟ ਅਪਰੂਵ ਹੋ ਗਏ 21 'ਚ, ਅਤੇ ਇਹਨਾਂ ਨੂੰ 60 ਡੇ ਦਾ ਨੋਟਿਸ ਮਿਲਦਾ। ਕਿੰਨਾ ਟਾਈਮ ਲੱਗੂਗਾ? ਟਾਈਮ ਤਾਂ ਲੱਗੂਗਾ ਜੀ ਇਹਦਾ, ਕਿਉਂਕਿ ਕਾਫੀ ਡਿਲੇ ਆ। ਜਿਹੜੀ ਨੀਤੀ ਹੁੰਦੀ ਸਰਕਾਰ ਦੀ ਹੁੰਦੀ ਵੀ ਪਹਿਲਾਂ ਜਿਹੜੇ US ਸਿਟੀਜ਼ਨ ਦੇ ਹਸਬੈਂਡ ਵਾਈਫ ਉਹਨਾਂ ਦੀ ਇੰਟਰਵਿਊ ਕੀਤੀ ਜਾਵੇ, ਸੋ ਟਾਈਮ ਲੱਗੂਗਾ, ਤੁਹਾਨੂੰ ਵੇਟ ਕਰਨੀ ਪੈਣੀ। ਅਗਲਾ ਸਵਾਲ ਹੈ ਜੀ ਕਿ ਮੈਂ ਮਿਡਲ ਈਸਟ ਦੇ ਜਿਹੜੇ ਮੁਲਕ ਹੈਗੇ ਆ ਜਿਵੇਂ ਕਤਰ ਹੋਇਆ, ਦੁਬਈ, ਸਾਊਦੀ ਅਰੇਬੀਆ ਵਗੈਰਾ, ਉੱਥੇ ਮੈਂ ਹੈਵੀ ਟੇਲਰ ਟਰੱਕ ਡਰਾਈਵਰ ਹਾਂ ਅਤੇ ਮੈਂ ਅਮਰੀਕਾ ਦੇ ਵਿੱਚ ਆ ਸਕਦਾ ਕਿ ਨਹੀਂ। ਦੇਖੋ ਅਮਰੀਕਾ ਦੇ ਵਿੱਚ ਇਸ ਕਿਸਮ ਦੀ ਕੋਈ ਕੰਮ ਦੀ ਪ੍ਰੋਵੀਜ਼ਨ ਨਹੀਂ ਕਿ ਜੇ ਤੁਹਾਡੇ ਕੋਲ ਉੱਥੇ ਲਾਇਸੈਂਸ ਹੈ ਤਾਂ ਇੱਥੇ ਵੀ ਤੁਸੀਂ ਚਲਾ ਸਕਦੇ ਹੋ। ਅਮਰੀਕਾ ਦੇ ਵਿੱਚ ਜਿਹੜਾ ਵਰਕ ਪਰਮਿਟ ਆ ਉਹ ਜਿਹੜੇ ਲੋਕ ਕੇਸ ਅਪਲਾਈ ਕਰਦੇ ਜਿਵੇਂ ਪੋਲੀਟੀਕਲ ਅਸਾਈਲਮ ਦਾ ਜਾਂ ਵਿਆਹ ਦਾ, ਉਹਦੇ ਰਾਹੀਂ ਮਿਲਦਾ, ਸਿੱਧਾ ਨਹੀਂ ਮਿਲਦਾ। ਸੋ ਇਸ ਕਰਕੇ ਤੁਸੀਂ ਇੱਥੇ ਆ ਕੇ ਵਰਕ ਪਰਮਿਟ ਇਸ ਬੇਸ 'ਤੇ ਨਹੀਂ ਲੈ ਸਕਦੇ ਕਿ ਤੁਸੀਂ ਕਿਸੇ ਹੋਰ ਮੁਲਕ ਦੇ ਵਿੱਚ ਜਿਹੜਾ ਹੈਗਾ ਉਹ ਟਰੱਕ ਡਰਾਈਵਰ ਹੋ ਤਾਂ ਇੱਥੇ ਵੀ ਤੁਸੀਂ ਅਲਾਓ ਹੋ ਜਾਊਗਾ। ਇਸ ਕਿਸਮ ਦਾ ਵਰਕ ਪਰਮਿਟ ਦੀ ਪ੍ਰੋਵੀਜ਼ਨ ਨਹੀਂ ਹੈ। ਅਗਲਾ ਸਵਾਲ ਹੈ ਜੀ ਕਿ ਮੈਂ ਵਿਜ਼ਟਰ ਵੀਜ਼ੇ 'ਤੇ ਇੱਥੇ ਆਇਆ ਅਤੇ ਮੈਂ ਅਪਲਾਈ ਕੀਤਾ ਸੀਗਾ ਵਰਕ ਪਰਮਿਟ ਦੀ ਰਿਨੂਵਲ ਦਾ, ਅਜੇ ਤੱਕ ਨਹੀਂ ਆਇਆ ਅਤੇ ਵਰਕ ਪਰਮਿਟ ਮੇਰਾ ਖਤਮ ਹੋ ਗਿਆ। ਮੈਂ ਜੂਨ 'ਚ ਕੀਤਾ। ਜਿਨ੍ਹਾਂ ਨੇ ਅਗਸਤ ਤੋਂ ਪਹਿਲਾਂ ਅਪਲਾਈ ਕੀਤੇ ਆ ਉਹਨਾਂ ਨੂੰ ਤਕਰੀਬਨ 1 ਸਾਲ ਤੋਂ ਉੱਪਰ ਟਾਈਮ ਲੱਗ ਰਿਹਾ, ਪਰ ਅਗਸਤ ਤੋਂ ਬਾਅਦ ਜਿਹੜੇ ਬੰਦੇ ਵਰਕ ਪਰਮਿਟ ਹੁਣ ਅਪਲਾਈ ਕਰ ਰਹੇ ਆ ਰਿਨੂਵਲ ਲਈ, ਉਹ ਤਕਰੀਬਨ 2-3 ਮਹੀਨੇ ਦੇ ਵਿੱਚ ਆ ਰਿਹਾ, ਕਈਆਂ ਦਾ 2 ਮਹੀਨੇ 'ਚ ਹੀ ਆ ਰਿਹਾ।
पर पुराणिਆਂ ਨੂੰ अजे भी टाइम लग रहा, ਤੁਹਾਨੂੰ वेट करनी पैनी है। अगला सवाल है जी कि मैं गार्डीअनशिप का केस कर सकता, मेरी 19 साल की उम्र। हाँ जी, तुसीं कर सकते हो गार्डीअनशिप का केस जे 19 साल की उम्र हैगी आ तो वो कोई प्रॉब्लम नहीं, क्योंकि जो गार्डीअनशिप होंदा उस 21 साल तक की उम्र तक तुसीं कर सकते हो। अगला सवाल है जी कि F4 कैटेगरी तेज़ कदों होएगी, ये बारे कुछ नहीं कह सकते जी, टाइम लगेगा। अजकल बहुत स्लो आ कैटेगरी है, तो देखते हैं। तो अगला सवाल है जी कि मेरा क्लॉक 34 दिन ते स्टॉप होया, पर कोर्ट च केस आ गया, तो हुण किद्दां ये चल सकदा, ये बारे कुछ नहीं कह सकते जी। एक बार क्लॉक बंद हो जाए फिर चलाउणा बहुत मुश्किल हुंदा, तुसीं ट्राई कर सकते हो, पर कोई पक्की गारंटी नहीं कि चलेगा। अगला सवाल है जी कि साडा CR1 वीज़ा फाइल NVC को 3 अगस्त को ओके हुई सी, इंटरव्यू नूं अजे नहीं आई, लगेगा जी टाइम अजे इंटरव्यू नूं। अजकल जिहड़ा स्लो है, हुण देखते हैं किन्नी बारी ला हो सकदा 2-3 महीने होर लग जाण। अगला सवाल है जी कि ये दसो कि जिहड़े असैलम के केस है कि वो पास हो रहे हैं? बिल्कुल हो रहे हैं जी, साडे हुंदे रहिंदे, साडे पिछे भी 4-5 केस पास होए आ। सो केस जिहड़े आ वो पास हो रहे ने, ते इहदे च जिहड़ी इस किस्म की जिहड़ी हैगी आ वो कोई समस्या नहीं। लेकिन जिहड़ी वड्डी प्रॉब्लम हैगी वो ये हैगी आ कि केस जिहड़ा हैगा उहदे 5 असैलम के ग्राउंड आ उन्हां विच होना चाहिदा, जे उन्हां विच नहीं तो फिर जिहड़ा ਉਹਦੇ ਵਿੱਚ ਜਿਹੜੀ ਹੈਗੀ ਆ ਉਹ प्रॉब्लम ਜਿਹੜੀ ਆ ਉਹ आ ਜਾਂਦੀ ਆ। अगला जी ਤੁਹਾਡਾ ਜਿਹੜਾ सवाल है वो ये हैगा कि ਤੁਸੀਂ ਸਾਨੂੰ ਇਹ ਦੱਸੋ कि ਜਿਹੜੀ US सिटीजनशिप है ਉਹਦੇ ਬਾਰੇ ਇਹ ਕਿਹਾ ਸੀਗਾ कि ਹੁਣ ਸਰਕਾਰ ਨਰਮੀ ਦਿਖਾਏਗੀ ਉਹਨਾਂ ਬੰਦਿਆਂ ਲਈ ਜਿਨ੍ਹਾਂ ਨੂੰ कि N648 ਫਾਰਮ ਜਿਹੜਾ ਡਾਕਟਰ ਦਾ ਚਾਹੀਦਾ। ਕੀ ਇਹ ਸੱਚ ਆ? ਹਾਂਜੀ ਬਿਲकुल। ਜਿਹੜੀ ਸਰਕਾਰ ਨੇ ਇਹ ਨੀਤੀ ਜਾਰੀ ਕੀਤੀ ਆ ਕਿ ਜਿਹੜੇ ਟੈਸਟ ਨਹੀਂ ਦੇ ਸਕਦੇ ਉਹਨਾਂ ਦਾ ਜੇ ਡਾਕਟਰ ਉਹਨਾਂ ਦਾ ਫਾਰਮ N648 ਭਰ ਕੇ ਦਿੰਦਾ ਤਾਂ ਉਹਦੇ ਨੂੰ ਥੋੜ੍ਹਾ ਜਿਹਾ ਨਰਮੀ ਨਾਲ ਦੇਖਿਆ ਜਾਏਗਾ, ਕਿਉਂਕਿ ਪਿੱਛੇ ਇਹ ਦੇਖਣ ਦੇ ਵਿੱਚ ਆਇਆ ਉਹਨਾਂ ਦੇ ਧਿਆਨ 'ਚ ਕਿ ਕਈ ਜਿਹੜੇ ਅਫਸਰ ਹੈਗੇ ਉਹਨੂੰ ਨਹੀਂ ਐਕਸੈਪਟ ਕਰ ਰਹੇ, ਖਾਸ ਕਰਕੇ ਇਹੋ ਜਿਹੇ ਕੇਸਾਂ ਜਿੱਥੇ ਬੰਦੇ ਹੈਂਡੀਕੈਪ ਨੇ, ਤੁਰ ਨਹੀਂ ਸਕਦੇ, ਵੀਲ ਚੇਅਰ 'ਤੇ ਆ, ਉਹਨਾਂ 'ਚ ਵੀ ਨਹੀਂ ਐਕਸੈਪਟ ਕਰਦੇ। ਤਾਂ ਸਰਕਾਰ ਨੇ ਕਿਹਾ ਵੀ ਉਹਨਾਂ ਸਿਚੁਏਸ਼ਨ ਦੇ ਵਿੱਚ ਤੁਸੀਂ ਜਿਹੜਾ ਹੈਗਾ ਉਹਨੂੰ ਮਤਲਬ ਐਕਸੈਪਟ ਕਰੋ, तो एक्सैप्ट करके तुसी इनू ये देखो भी जिहड़ा एक N648 फार्म है ये एक्सैप्ट होवे जे वो जैनुइन होवे। वो ये नहीं भी हरेक का एक्सैप्ट हो जाऊगा, पर जे जैनुइन हैगा तो हो सकता। अगला सवाल है जी कि मैं न्यूयॉर्क को कहते 5 दिन आया तो टाइटल 42 दे राही मेरे ते कोई असर उसदा नहीं होया। तो ठीक है जी, क्योंकि टाइटल 42 असीं तां कहने आम तौर पर कि वो सिर्फ जिहड़ियां सैंट्रल अमेरिकन कंट्रीज़ ने उन्हां दा ही उत्ते असर हैगा। जे तुसीं सैंट्रल अमेरिकन कंट्री तो नहीं हैगे, जिवें तुसीं इंडिया वगैरह तो हैगे जां होरां मुल्कां, उत्थे टाइटल 42 का कोई असर नहीं पैंदा। अगला सवाल है जी कि वी हैव असैलम पेंडिंग, असीं ट्रैवल डॉकूमेंट अप्लाई कर सकते हैं? तुसीं जिहड़ा असैलम पेंडिंग आ वो बंदा इत्थे अमरीका च रह तां सकदा तो किते भी काम कर सकता, पर कंट्री तो बाहर ट्रैवल डॉकूमेंट लैके जे जाऊगा तो उन्होंने आने प्रॉब्लम आ सकती है। सो इस करके असीं रिकमेंड इनू नहीं करते। अगला सवाल है जी कि जिहड़ा इंटरनैशनल स्टूडेंट इत्थे आउंदा की वो असैलम ला सकदा, तो की असैलम केस उहदा पास हो जाऊगा? देखो असैलम केस तो कोई भी ला सकदा अमरीका दे विच, लेकिन उहदा केस जिहड़े असैलम के 5 ग्राउंड आ उन्हां 'च होना चाहिए। ਉਹਦੇ ਨਾਲ ਉਹਨੂੰ ਇਹ ਪ੍ਰੂਵ ਕਰਨਾ ਪੈਂਦਾ ਵੀ ਪਹਿਲਾਂ ਉਹਦੇ ਨਾਲ ਪਰਸੀਕਿਊਸ਼ਨ ਹੋਈ ਹੈ, ਕੁੱਟਮਾਰ ਹੋਈ ਹੈ, ਤੇ ਫਿਊਚਰ 'ਚ ਵੀ ਹੋਣੀ ਆ, ਤੇ ਉਹਨੂੰ ਉਮੀਦ ਆ ਕਿ ਉੱਥੇ ਜੇ ਵਾਪਸ ਗਿਆ ਤਾਂ ਉਹਨੂੰ ਬਹੁਤ ਜ਼ਿਆਦਾ ਤੰਗ ਕੀਤਾ ਜਾਏਗਾ, ਕੁੱਟਿਆ ਮਾਰਿਆ ਜਾਏਗਾ। ਜੇ ਉਹ ਇਹ ਪ੍ਰੂਵ ਕਰਦਾ ਤਾਂ ਅਸਾਈਲਮ ਲਾ ਸਕਦਾ, ਚਾਹੇ ਉਹ ਸਟੂਡੈਂਟ ਵੀਜ਼ੇ 'ਤੇ ਆਇਆ, ਚਾਹੇ ਉਹ ਬਾਰਡਰ ਕ੍ਰਾਸ ਕਰਕੇ ਉੱਦਾਂ ਹੀ ਆ ਗਿਆ, ਚਾਹੇ ਫੜਿਆ ਗਿਆ ਬਾਰਡਰ 'ਤੇ, ਜਿਵੇਂ ਮਰਜ਼ੀ ਆ ਉਹ, ਚਾਹੇ ਕੋਈ ਵਿਜ਼ਟਰ ਵੀਜ਼ੇ 'ਤੇ ਆਇਆ ਉਹ ਵੀ ਕਰ ਸਕਦਾ। ਸੋ ਕੋਈ ਵੀ ਕਰ ਸਕਦਾ, ਲੇਕਿਨ ਜਿਹੜੇ ਅਸਾਈਲਮ ਦੇ 5 ਗਰਾਊਂਡ ਨੂੰ ਜਿਹਦਾ ਕੇਸ ਹੋਣਾ ਚਾਹੀਦਾ, ਤਾਂ ਉਹਨੂੰ ਪ੍ਰੂਵ ਕਰਨਾ ਪਏਗਾ ਕਿ ਉਹਨੂੰ ਉੱਥੇ ਵਾਕਈ ਜਿਹੜੀ ਆ ਉਹ ਪ੍ਰੋਬਲਮ ਆ। ਅਗਲਾ ਸਵਾਲ ਹੈ ਜੀ ਕਿ ਮੇਰਾ ਕੇਸ ਲੂਜ਼ੀਆਨਾ ਤੋਂ ਨਿਊਯਾਰਕ ਮੂਵ ਕਰਨ 'ਚ ਫਾਇਦਾ ਹੈਗਾ? ਇੱਥੇ ਜਿਹੜਾ ਜ਼ਿਆਦਾ ਡਿਨਾਇਰ ਰੇਟ 82% ਆ। ਬਿਲਕੁਲ ਜੀ, ਜੇ ਹੁਣ ਜਿਹੜੀਆਂ ਖਾਸ ਕਰਕੇ ਇਹ ਸਟੇਟਾਂ ਹੈਗੀਆਂ ਟੈਕਸਸ, ਲੂਜ਼ੀਆਨਾ ਵਗੈਰਾ, ਉੱਥੇ ਘੱਟ ਕੇਸ ਪਾਸ ਹੁੰਦੇ ਆ, ਅਤੇ ਨਿਊਯਾਰਕ ਅਤੇ ਕੈਲੀਫੋਰਨੀਆ ਉਹਨਾਂ ਨਾਲੋਂ ਜ਼ਿਆਦਾ ਹੁੰਦੇ ਆ। ਸੋ ਇਸ ਕਰਕੇ ਤੁਸੀਂ ਮੂਵ ਕਰਾ ਸਕਦੇ ਹੋ, ਪਰ ਮੂਵ ਕਰਾਉਣ ਲਈ ਤੁਹਾਨੂੰ ਨਿਊਯਾਰਕ ਮੂਵ ਹੋਣਾ ਪੈਣਾ। ਤੁਸੀਂ ਲੂਜ਼ੀਆਨਾ ਰਹਿ ਕੇ ਆਪਣਾ ਕੇਸ ਨਿਊਯਾਰਕ 'ਚ ਨਹੀਂ ਮੂਵ ਕਰਾ ਸਕਦੇ, ਤੁਹਾਨੂੰ ਖੁਦ ਨਿਊਯਾਰਕ ਰਹਿ ਕੇ ਜਾਣਾ ਪਏਗਾ, ਉੱਥੇ ਮੂਵ ਹੋਣਾ ਪਏਗਾ ਤਾਂ ਇਹ ਹੋ ਸਕਦਾ।
अगला सवाल है जी कि ये दसो कि ये जड़ा F4 कैटेगरी है ये कदों तेज होएगी, ये बारे कुछ नहीं कह सकते जी, इनू अजे टाइम लगेगा तो देखो कितना टाइम इहदा लगदा। अगला जी कि मेरा स्टडी वीज़ा जड़ा हैगा स्टूडेंट वीज़ा रिफ्यूज़ हो गया, तो जे मैं इत्थे उदा ही आ जा क्रॉस करके बॉर्डर तो मैं सैलम अपलाई करूँगा, की मैं कर सकदा? मैं दस के हटिया जी कि सैलम कोई भी अपलाई कर सकदा, जिहड़ा बॉर्डर क्रॉस करके आउंदा वो भी कर सकदा, जिहड़ा स्टूडेंट ते इत्थे आ जांदा वो भी कर सकदा, जिहड़ा विजिटर आया वो भी कर सकदा, पर केस सच्चा होना चाहिए। जिहड़े सैलम के 5 ग्राउंड ने उन्हां दे विच केस होना चाहिए, जो उन्हां च हैगा तुसीं कर सकते हैं, कोई प्रॉब्लम नहीं। अगला सवाल है जी कि ये दसो कि F4 कैटेगरी च मई 2005 का केस है, डॉकूमेंट क्वालीफाई हो गए 2022 अक्टूबर में, पर अजे तक इंटरव्यू नहीं आई, कितना टाइम लगूगा? इनू टाइम लगूगा जी, सो तुसी वेट करो, तो 3-4 महीने होर जिहड़े लग सकते, ज़्यादा भी लग सकता। अगला सवाल है जी कि ये दसो कि इंडियन बॉर्डर क्रॉस करके जिहड़े आउंदे आ उहदी कोई न्यू पॉलिसी जिहड़े इंडिया तो आउंदे कोई है? देखो जी, जिहड़ी पॉलिसी है वो जनरल सारिਆਂ ਲਈ है सरकार दी, लेकिन जिहड़ा टाइटल 42 ये लागू कर रहे हो जिहड़े सेंट्रल अमेरिकन लोगों ते कर रहे, क्योंकि बहुत बड़े काफलिਆਂ 'ਚ हज़ारां की गिनती 'ਚ आउंदे आ इकट्ठे। जिहड़े इंडिया तो लोग आउंदे आ ये थोड़े थोड़े मतलब करके आउंदे, इस करके इन्हां ते लागू नहीं हुंदा। सो सरकार जिहड़ी अजे इन्हां ते वो पॉलिसी लागू नहीं कर रही। इमीग्रेशन कोर्ट की की खबर है? इमीग्रेशन कोर्ट की खबर यह है भी डेटा लंबियां पै रही जी, जिहड़े असैलम के केस है वो लंबी डेट जज दे रहे, 25 दे रहे, 24 दे रहे। उसका रीज़न है कि केस ज़्यादा ने तो जज जिहड़े है वो घट आ, उहदे मुताबिक केस करके डेटा लंबियां मिल रही। अगला सवाल है जी कि वर्क परमिट अक्टूबर च अप्लाई किया सीगा, नोटिस 10 नवंबर को आया, कितना टाइम लगूगा? इनू तकरीबन 1.5 ਤੋਂ 2 महीने लगने चाहिए जी, वो आना चाहिए जे सारा कुछ ठीक ठाक है। जे उन्होंने कोई होर थोड़े तो एविडेंस मंग ली या कोई होर है, फिर वो होर भी डिले हो सकती है। अगला सवाल है कि मेरी मॉम US सिटीजन, उन्होंने मेरा अप्लाई किया 2019 कितना टाइम लगूगा? मैं मैरिड डॉटर है। F3 कैटेगरी की गल कर रहे हैं, तो जी F3 कैटेगरी आ वो तो ये 2008 चल रहा जी, सो इनू बहुत टाइम जोड़ा है लगना, जे वेट करो। अगला सवाल है जी कि 1 ईयर से I-730 एडमिनिस्ट्रेटिव प्रोसैसिंग केस पिया हुआ, कितना टाइम लगूगा? यदि कोई टाइम लिमिट नहीं जी होंगी, जे साल हो गया इनू ज़्यादा टाइम भी लग सकता, 1.5 साल 2 साल भी लग सकते, सो वेट ही करनी बनी या तुम इनकुआयरी उत्थे कर सकते हो। अगला सवाल है जी कि मैं 19 साल की मेरी उम्र है, तो किन्ने चांस है कि मेरे ते डेपुटेशन लगे? ये इदा डेपुटेशन नहीं लगती जी, जे तुसी इत्थे कोई केस लाया जां लाउणा, वो केस से डिपेंड करेगा। जे केस तुहाडा पास होने वाला हैगा, पास होएगा, फिर डेपुटेशन क्यों लगेगी? इस तरह उम्र करके डेपुटेशन नहीं लगती भी थोड़ी 19 साल की उम्र है उनको डिपोर्ट कर देंगे, इदा का इस किस्म का इत्थे अमरीका दे विच कोई ना ला है ना सिस्टम है, वो तो केस से डिपेंड करता भी केस का की मैरिट है। अगला सवाल है जी कि मैं इटली विच हाँ, तो मैं मूव होना चाहुंदा अमरीका, तो मेरे बच्चों कोल ते वाइफ कोल इटैलीयन जिहड़ी हैगी आ वो इमीग्रेशन हैगी आ। इत्थे कोई इहो जिहा तरीका है नहीं जी, EB-5 तो हैगा इन्वैसटमेंट का, पर होर कोई तरीका इत्थे मूव होने का इस किस्म का नहीं है भी तुहानूं इत्थे वर्क परमिट मिल सके, तो ये कोई इस किस्म का इत्थे रस्ता नहीं जे। हालांकि थोड़ी जे किसी ने पटीशन वगैरह की हुई आ, भरा भैन ने तो वारी आ गई या माँ बाप ने, वो होर गल आ। अगला सवाल है जी कि मेरा पासपोर्ट च वर्क परमिट दा नाम जिहड़ा डिफरेंट हैगा, तो की करिए? ये तुसीं ठीक करा सकते हो अपने प्रूफ दे के, कोई एडी गल नहीं, ठीक कर देंगे आ। सो इस करके तुहानूं उन्हां नाल कॉन्टैक्ट करना पैना भी वो ठीक करन। जिहड़े थोड़े कोल जिन्ने भी प्रूफ है असली नाम दे उन्होंने भेजो, तो उत्ते करैक्शन हो सकती है। अगला सवाल है जी कि F4 कैटेगरी जनवरी 2006 दे विच डेट है साडी, तो इनू कितना टाइम लगूगा? इनू लगूगा जी, तो 2005 चली जाता, मैं पिछे दस के हटिया कि मई 2005 वालियां दी इंटरव्यू नहीं आई, सो टाइम लगूगा। 2006 F4 कैटेगरी च कितना टाइम लगूगा? इनू लगूगा जी, साल भी लग सकता, ज़्यादा भी लग सकता, क्योंकि ये तो फिलहाल 2005 ही चल रहा। अगली है जी कि ये दसो कि F4 कैटेगरी का कोई फास्ट हो सकता कोई हल? नहीं जी, ये आप मतलब तेज़ होने का कोई रस्ता नहीं। जी कैटेगरी चल रही है हम 2005 चल रहा जिदा, अजे पहला वो आएगा, उस तो बाद बाकी आउणगे, बाकी इदां दा फास्ट होने का कोई तरीका नहीं हैगा।
ਵੀ ਇਹਨੂੰ ਫਾਸਟ ਜਿਹੜਾ ਹੈਗਾ ਉਹ ਕੀਤਾ ਜਾ ਸਕੇ। ਇਹ ਆਪਣੇ ਹਿਸਾਬ ਨਾਲ ਹੀ ਹੈ ਜਿੰਨਾ ਟਾਈਮ ਉਹਨਾਂ ਦਾ ਲੱਗਿਆ। ਤੇ ਅਗਲਾ ਸਵਾਲ ਹੈ ਜੀ ਕਿ ਇਹ ਦੱਸੋ ਕਿ ਹੁਣ ਬੌਂਡ ਕਿੰਨੇ ਦਾ ਪੈ ਰਿਹਾ। ਇਹ ਡਿਪੈਂਡ ਕਰਦਾ ਜੀ, ਕਈਆਂ ਨੂੰ ਤਾਂ ਬੌਂਡ ਪੈਂਦਾ ਨਹੀਂ, ਉੱਦਾਂ ਹੀ ਛੱਡ ਦਿੰਦੇ ਆ ਇਹ, ਤੇ ਕਈਆਂ ਨੂੰ ਪੈਂਦਾ, ਕਈਆਂ ਨੂੰ 3000 ਦਾ, 15000, 10000। ਇਹ ਡਿਪੈਂਡ ਕਰਦਾ ਕਿ ਜੇ ਆਈਸ ਪਾਉਂਦੀ ਉਹ ਘੱਟ ਪਾਉਂਦੀ ਹੈ, ਜੇ ਇਮੀਗ੍ਰੇਸ਼ਨ ਕੋਰਟ ਪਾਉਂਦੀ ਆ ਉਹ ਬੌਂਡ ਜ਼ਿਆਦਾ ਜਿਹੜਾ ਹੈਗਾ ਉਹ ਪਾਉਂਦੀ ਆ। ਸੋ ਇਹ ਸੀ ਜੀ ਤੁਹਾਡੇ ਸਵਾਲਾਂ ਦੇ ਜਵਾਬ। ਆਸ ਹੈ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਇਸੇ ਤਰ੍ਹਾਂ ਹੀ ਮਿਲਾਂਗੇ ਅਗਲੇ ਵੀਕ ਇਸੇ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਜੀ।